May you be blessed as you listen to the preaching of God's word. Well, after I've shared my thoughts, feel free to come to me afterwards if you have any questions, comments or thoughts. वचन सुन के सोचा मेरी सुन के थोड़ा कोई सवाल होगा तो बाद जाके तुम मैंने पूछा देंगे बड़े शौक दे नाल. And it's important that as we study the Word of God, we get into the meat of it. जो ਅਸੀਂ ਪ੍ਰਭੂ ਦਾ ਵਚਨ ਦੇਖਦੇ ਹਾਂ ਅਸੀਂ ਡੂੰਘਾਈ ਗਹਿਰਾਈ ਦੇ ਵਿੱਚ ਜਾਈਏ ਉੱਪਰੋਂ ਨਾ ਦੇਖੀਏ. And stay in the simplicity of Christ ਮਸੀਹ ਦੀ ਸਾਦਗੀ ਦੇ ਵਿੱਚ ਰਹਿਣਾ ਸਿੱਖੀਏ. with childlike faith. ਬੱਚਿਆਂ ਵਰਗਾ ਵਿਸ਼ਵਾਸ ਰੱਖ ਕੇ. Now I want to speak on a subject this morning that you may not be or you may be familiar, and that's the word legalism. ਉਹ ਮਜ਼ਮੂਨ ਤੇ ਉਹ ਲਫ਼ਜ਼ ਦੇਖਣਾ ਹੈਗਾ ਜਿਹਦੇ ਬਾਰੇ ਅਸੀਂ ਸੁਣਿਆ ਤਾਂ ਹੈਗਾ ਕਿ ਕਾਨੂੰਨਬਾਜ਼ੀ. What is legalism? ਕਾਨੂੰਨਬਾਜ਼ੀ ਕੀ ਹੁੰਦੀ ਆ? Legalism is seeking to obey God from what you can get out of him. ਕਾਨੂੰਨਬਾਜ਼ੀ ਹੁੰਦੀ ਆ ਕਿ ਪ੍ਰਭੂ ਦੇ ਕੋਲੋਂ ਕੀ ਸਾਨੂੰ ਮਿਲ ਸਕਦਾ ਹੈਗਾ ਉਹਦੇ ਕਰਕੇ ਅਸੀਂ ਉਹਦੇ ਨਾਲ ਤਾਲੁਕਾਤ ਰੱਖੀਏ ਉਨਾ ਹੀ. Or obeying God with a view to earning his approval. ਪ੍ਰਭੂ ਦੀ ਸੇਵਾ ਕਰੀਏ ਐਦਾਂ ਕਰਦੇ ਹੋਏ ਤਾਂ ਕਿ ਸਾਨੂੰ ਉਹਦੀ ਹਾਮੀ ਹੋਵੇ ਕਿ ਹਾਂ ਤੁਸੀਂ ਅੱਛਾ ਕਰਦੇ ਆ. It's about boasting in your own good works before God. ਪ੍ਰਭੂ ਦੇ ਅੱਗੇ ਆ ਕੇ ਆਪਣੇ ਚੰਗੀਆਂ ਕੰਮਾਂ ਦੇ ਵਿੱਚ ਫਖਰ ਕਰਨਾ, ਘਮੰਡ ਕਰਨਾ. So it emphasizes that salvation can be earned by our own effort. ਇਹ ਧਿਆਨ ਦੇਣਾ ਕਿ ਮੁਕਤੀ ਅਸੀਂ ਆਪਣੇ ਕੰਮਾਂ ਦੁਆਰਾ ਵੀ ਹਾਸਲ ਕਰ ਸਕਦੇ ਹੈਗੇ ਆ. By obeying rules and laws and regulations that puts law above grace. ਕਾਇਦੇ ਕਾਨੂੰਨਾਂ ਨੂੰ ਮੰਨ ਕੇ ਗੱਲਾਂ ਨੂੰ ਮੰਨ ਕੇ ਸ਼ਰਨ ਮੰਨ ਕੇ ਜਿਹੜੀ ਕਿ ਉਹਨਾਂ ਚੀਜ਼ਾਂ ਨੂੰ ਪ੍ਰਭੂ ਦੀ ਦਇਆ ਤੋਂ ਉੱਪਰ ਜਿਹੜੀ ਰੱਖਦੀਆਂ ਹੈਗੀਆਂ ਨਾ ਉਹ ਗੱਲਾਂ ਸਾਨੂੰ ਬਚਾਉਂਦੀਆਂ. And this puts an unnecessary strain upon the soul which God never intended. ਇਹ ਰੂਹ ਦੇ ਉੱਤੇ ਇੱਕ ਬੋਝ ਪੈਂਦਾ ਕਿ ਜਿਹੜਾ ਬੋਝ ਚਾਹਿਆ ਨਹੀਂ ਸੀਗਾ ਪ੍ਰਭੂ ਨੇ ਕਿ ਸਾਡੀ ਰੂਹ ਉੱਤੇ ਪਵੇ. R.C. Sproul said this: legalism is not merely insisting on God's law. ਕਿਸੇ ਨੇ ਕਿਹਾ ਕਿ ਜਿਹੜੇ ਕਾਨੂੰਨ ਪਾਏ ਜਾਈਏ ਨਹੀਂ ਕਿ ਸਿਰਫ ਅਸੀਂ ਪ੍ਰਭੂ ਦੀ ਉਹਦੀ ਜਿਹੜੀ ਕਾਨੂੰਨ ਉਹਦੀ ਦਇਆ ਹੈਗੀ ਉਹਦੇ ਉੱਤੇ ਅਸੀਂ ਜਾਈਏ ਇਕੱਲਾ. It is adding to God's law and then demanding that others obey our addition as if they were divine. ਅਸੀਂ ਇਸ ਤਰ੍ਹਾਂ ਕਹਿੰਦੇ ਕਹਿੰਦੇ ਕਿ ਅਸੀਂ ਨਾ ਕਿ ਜੋ ਮੈਂ ਕਹਿਣਾ ਹੈਗਾ ਉਹ ਮੈਂ ਕਰਦਾ ਹੈਗਾ ਲੋਕੀ ਵੀ ਜਿੱਦਾਂ ਮੈਂ ਕਹਿਣਾ ਉਦਾਂ ਕਰਨ. ਇਸ ਕਰਕੇ ਅਸੀਂ ਨਾ ਉਹਨਾਂ ਤੇ ਜ਼ੋਰ ਪਾਉਂਦੇ ਹੈਗੇ ਆ. He goes on to say, ਫਿਰ ਕਹਿੰਦਾ legalism puts a burden on the believer that Christ has already carried to the cross. ਕਾਨੂੰਨਬਾਜ਼ੀ ਜਿਹੜੀ ਹੈਗੀ ਆ ਇੱਕ ਵਿਸ਼ਵਾਸੀ ਉੱਤੇ ਇੱਕ ਇਨਸਾਨ ਤੇ ਐਦਾਂ ਦਾ ਬੋਝ ਉਹਦੇ ਮੋਢੇ ਉੱਤੇ ਪਾ ਦਿੰਦੀ ਹੈਗੀ ਆ ਜਿਹਨੂੰ ਮਸੀਹ ਪਹਿਲੇ ਹਟਾ ਚੁੱਕਿਆ ਹੈਗਾ. It's a denial of the sufficiency of Christ's work. ਇਨਕਾਰ ਹੈਗਾ ਉਹ ਕਿ ਪ੍ਰਭੂ ਨੇ ਜੋ ਕੰਮ ਕੀਤਾ ਉਹ ਕਾਫੀ ਨਹੀਂ ਹੈਗਾ ਮੈਨੂੰ ਵੀ ਕੋਈ ਕਰਨਾ ਪੈਣਾ ਹੈਗਾ ਉਹਦੇ ਨਾਲ. So I want to look at these two men in our parable. ਅੱਜ ਜਿਹੜੇ ਅਸੀਂ ਆਇਤਾਂ ਪੜ੍ਹੀਆਂ ਦੋ ਬੰਦੇ ਦਿਖਣੇ ਆ. And one of them was very legalistic. ਇੱਕ ਤਾਂ ਇਸਦਾ ਬੜਾ ਬਹੁਤ ਕਾਨੂੰਨਬਾਜ਼ ਸੀਗਾ. And I want us to unpack this morning. ਇਹਨੂੰ ਸਮਝੀਏ ਅੱਜ. And thank you for your attention. ਧੰਨਵਾਦ ਕਰਦੇ ਕਿ ਤੁਸੀਂ ਗੌਰ ਲਾ ਕੇ ਸੁਣੋ. So the purpose of the parable is to those who were trusted in themselves that they were more righteous and despised others. ਇਹ ਤਮਸੀਲ ਉਹਨਾਂ ਲਈ ਹੈਗੀ ਜਿਹੜੇ ਕਹਿੰਦੇ ਕਿ ਮੈਂ ਆਪਣੇ ਆਪ ਤੇ ਭਰੋਸਾ ਰੱਖਿਆ ਹੈਗਾ ਲੋਕਾਂ ਨਾਲ ਮੈਂ ਚੰਗਾ ਹੈਗਾ ਦੂਸਰੇ ਦੀ ਮੈਨੂੰ ਪਰਵਾਹ ਨਹੀਂ ਹੈਗੀ. And so we look at these two men and we ask, who is God listening to? ਇਹ ਦੋ ਬੰਦਿਆਂ ਵਿੱਚ ਅਸੀਂ ਸੋਚਦੇ ਹਾਂ ਕਿ ਪ੍ਰਭੂ ਕਿਹਦੀ ਸੁਣਦਾ ਹੈਗਾ. And the Lord Jesus here is especially aiming at the Pharisees who trusted in themselves. ਪ੍ਰਭੂ ਉਹਨਾਂ ਫਰੀਸੀਆਂ ਉੱਤੇ ਗੱਲ ਕਰਦੇ ਹੈਗੇ ਜਿਹੜੇ ਫਰੀਸੀਆਂ ਨੇ ਆਪਣੇ ਆਪ ਉੱਤੇ ਭਰੋਸਾ ਰੱਖਿਆ ਹੈਗਾ. Because Christ himself had a particular hatred toward their hypocrisy. ਪ੍ਰਭੂ ਯਿਸੂ ਮਸੀਹ ਦੇ ਵਿੱਚ ਇੱਕ ਨਫ਼ਰਤ ਸੀ ਉਹਨਾਂ ਲੋਕਾਂ ਦੇ ਲਈ ਜਿਹੜੇ ਆਪਣੇ ਕਪਟਪਣੇ ਦੇ ਵਿੱਚ ਸੀਗੇ. And Luke's account, he tells us that the Pharisees who loved money, ਲੂਕਾ ਕਹਿੰਦਾ ਉਹ ਫਰੀਸੀ ਜਿਹੜੇ ਪੈਸੇ ਨੂੰ ਪਿਆਰ ਕਰਦੇ ਸੀਗੇ, heard all this and were sneering at Jesus. ਉਹਨਾਂ ਨੇ ਸੁਣ ਕੇ ਤਾਂ ਪ੍ਰਭੂ ਵੱਲ ਮਖੌਲ ਕਰਦੇ ਠੱਠੇ ਕਰਦੇ ਸੀਗੇ. So Jesus said to them, you are the one who justifies yourselves in the eyes of others. ਪ੍ਰਭੂ ਕਹਿੰਦਾ ਕਿ ਤੁਸੀਂ ਲੋਕ ਹੈਗੇ ਆ ਜਿਹੜੇ ਆਪਣੇ ਆਪ ਨੂੰ ਲੋਕਾਂ ਦੀ ਨਜ਼ਰ ਦੇ ਵਿੱਚ ਨਾ ਅੱਛਾ ਠਹਿਰਾਉਣੇ ਹੈਗੇ ਆ ਆਪਣੇ ਆਪ ਨੂੰ ਤੁਸੀਂ ਧਾਰਮਿਕ ਸਾਬਤ ਕਰਦੇ ਆ. But God knows your hearts. ਪਰ ਪ੍ਰਭੂ ਤੁਹਾਡੇ ਦਿਲਾਂ ਨੂੰ ਜਾਣਦਾ. What people value highly is detestable in God's sight. ਜੋ ਲੋਕੀ ਜਿਸ ਚੀਜ਼ ਨੂੰ ਲੋਕੀ ਜ਼ਿਆਦਾ ਕਦਰ ਕਰਦੇ ਨਾ ਉਹ ਚੀਜ਼ ਪ੍ਰਭੂ ਦੀ ਅੱਖਾਂ ਵਿੱਚ ਘਿਨਾਉਣੀ ਹੈਗੀ ਆ. Then he also taught the disciples in Luke 20, beware of the scribes who desire to go around in long robes. ਲੂਕਾ 20 ਵਿੱਚ ਪ੍ਰਭੂ ਕਹਿੰਦੇ ਆ ਆਪਣੇ ਚੇਲਿਆਂ ਨੂੰ ਉਹਨਾਂ ਲੋਕਾਂ ਤੋਂ ਬਚ ਕੇ ਰਹੋ ਫਰੀਸੀਆਂ ਤੋਂ ਫਕੀਆਂ ਤੋਂ
ਜਿਹੜੇ ਕਿ ਲੰਬੇ ਲੰਬੇ ਚੋਲੇ ਪਾ ਕੇ ਤੁਰੇ ਫਿਰਦੇ ਹੈਗੇ ਆ। They love to be greeted in the marketplaces. ਬਾਜ਼ਾਰ ਵਿੱਚ ਸਲਾਮ ਦੁਆ ਲੋਕਾਂ ਦੀ ਪਸੰਦ ਕਰਦੇ ਆ। Want the best seats in the synagogues. ਹੈ ਕਿ ਇਬਾਦਤ ਖਾਨੇ ਵਿੱਚ ਉੱਚੀ ਤੋਂ ਉੱਚੀ ਕੁਰਸੀ ਪਸੰਦ ਕਰਦੇ ਹੈਗੇ ਬੈਠਣਾ। And the best places at the feasts. ਕਿ ਜੇ ਜ਼ਿਆਫਤ ਤੇ ਜਾਂਦੇ ਹੈਗੇ ਤਾਂ ਅੱਛੀ ਉੱਚੀ ਜਗ੍ਹਾ ਤੇ ਜਾ ਕੇ ਬੈਠ ਕੇ ਮੋਹਰੇ ਬਹਿੰਦੇ ਹੈਗੇ ਸਾਰੇ ਤੇ ਮੋਹਰੇ ਜਾ ਕੇ। They devour widows' houses. ਔਰਤਾਂ ਦੇ ਬੇਵਾ ਔਰਤਾਂ ਦੇ ਘਰਾਂ ਨੂੰ ਖਾਈ ਜਾਂਦੇ ਆ। And for a pretense make long prayers. ਦਿਖਾਵੇ ਦੇ ਲਈ ਲੰਬੀਆਂ ਲੰਬੀਆਂ ਪ੍ਰਾਰਥਨਾਵਾਂ ਕਰਦੇ ਆ। These will receive a greater condemnation. ਇਹਨਾਂ ਨੂੰ ਵੱਡਾ ਇੰਜਾਮ ਮਿਲੂਗਾ। So it's a self-righteousness that God hates. ਜਿਹੜੀ ਹੈ ਨਾ ਆਪਣੇ ਆਪ ਨੂੰ ਕਹਿਣਾ ਕਿ ਮੈਂ ਦੂਸਰਿਆਂ ਨਾਲੋਂ ਚੰਗਾ ਹੈਗਾ, ਇਸ ਚੀਜ਼ ਨੂੰ ਪ੍ਰਭੂ ਨਫ਼ਰਤ ਕਰਦੇ ਹੈਗੇ ਆ। And so this Pharisee in this parable, ਇਹ ਫਰੀਸੀ ਇਸ ਤਮਸੀਲ ਦੇ ਵਿੱਚ he is more concerned about his self-righteousness before God. ਉਹਨੂੰ ਆਪਣੀ ਖੁਦੀ ਦੇ ਬਾਰੇ ਜ਼ਿਆਦਾ ਚਿੰਤਾ ਹੈਗੀ, ਫਿਕਰ ਹੈਗਾ ਬਜਾਏ ਦੇ ਕਿ ਰੱਬ ਦੇ ਬਾਰੇ। You see, he stood in prayer and so did the tax collector. They ਦੋ both stood ਜਣੇ in prayer. ਇੱਕ ਫਰੀਸੀ ਇੱਕ ਚੁੰਗੀ ਲੈਣ ਵਾਲਾ ਦੋਨੇ ਖੜੇ ਸੀ ਇਕੱਠੇ ਬਰਾਬਰ ਖੜੇ ਸੀ ਦੋਨੇ ਪ੍ਰਾਰਥਨਾ ਕਰਨ ਦੇ ਲਈ। And there are various postures in the Bible about standing, sitting, or praying on your knees or on your face. The Bible does not give a particular way, but whatever the context calls for it, then that's what happens. ਬਾਈਬਲ ਦੇ ਵਿੱਚ ਜਗ੍ਹਾ ਜਗ੍ਹਾ ਲਿਖਿਆ ਖੜੇ ਹੋ ਕੇ ਪ੍ਰਾਰਥਨਾ ਕਰਨੀ, ਬੈਠ ਕੇ ਪ੍ਰਾਰਥਨਾ ਕਰਨੀ, ਗੋਡਿਆਂ ਤੇ ਪ੍ਰਾਰਥਨਾ ਕਰਨੀ, ਸਿੱਧੇ ਮੂੰਹ ਨੀਵੇਂ ਪੈ ਕੇ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰਨੀ। ਕੋਈ ਖਾਸ ਜੇ ਕੋਈ ਇੱਕ ਗੱਲ ਨਹੀਂ ਹੈਗੀ, ਜਿੱਦਾਂ ਦਾ ਮਜ਼ਮੂਨ ਹੈਗਾ ਉਦਾਂ ਦੀ ਪ੍ਰਾਰਥਨਾ ਜਿੱਥੇ ਲਾਗੂ ਹੁੰਦੀ ਉਦਾਂ ਕਰਦੇ ਹੈਗੇ ਆ, ਇੱਕ ਗੱਲ ਨਹੀਂ ਲਿਖੀ ਹੈਗੀ। Sometimes you could say no words and just whisper like Hannah did because God reads the heart. ਕਈ ਦਫਾ ਅਸੀਂ ਬੈਠੇ ਤੁਰੇ ਜਾਂਦੇ, ਅਸੀਂ ਮੂੰਹ 'ਚ ਅਸੀਂ ਬੁੜਬੁੜਾਉਣੇ ਹੈਗੇ ਆ ਨਾ, ਪ੍ਰਾਰਥਨਾ ਕਰਦੇ ਹੈਗੇ, ਮੂੰਹ 'ਚ ਅਸੀਂ ਕਹਿੰਦੇ ਹੈਗੇ ਆ, ਉਹ ਵੀ ਪ੍ਰਭੂ ਸੁਣਦਾ ਹੈਗਾ, ਅਸੀਂ ਤੁਰੇ ਜਾਂਦੇ ਆ। So this Pharisee stood. We're not sure, we're not told where he stood. ਉਹ ਫਰੀਸੀ ਖੜਾ ਹੋਇਆ, ਇਹ ਨਹੀਂ ਲਿਖਿਆ ਕਿ ਕਿੱਥੇ ਖੜਾ ਹੋਇਆ, ਪਰ ਕਹਿੰਦੇ ਖੜਾ ਹੋਇਆ। He may have stood close as possible to the sanctuary. ਹੋ ਸਕਦਾ ਕਿ ਹੈਕਲ ਦੇ ਬਿਲਕੁਲ ਲਾਗੇ ਜਾ ਕੇ ਖੜਾ ਹੋਇਆ ਹੋਵੇ ਦਿਖਾਉਣ ਦੇ ਲਈ। So let us learn a few lessons from this Pharisee. ਇਸ ਫਰੀਸੀ ਤੋਂ ਕੁਝ ਗੱਲਾਂ ਸਿੱਖੋ। Firstly, he was blinded to his own selfishness. ਪਹਿਲੀ ਗੱਲ ਉਹ ਅੰਨਾ ਹੋ ਗਿਆ ਸੀਗਾ ਆਪਣੇ ਸਵਾਰਥ ਵਿੱਚ ਆ ਕੇ। The prayer is all about him. ਪ੍ਰਾਰਥਨਾ ਉਹਦੀ ਹੈਗੀ ਮੈਂ। It says that he prayed within himself. ਉਹਨੇ ਆਪਣੇ ਆਪ ਵਿੱਚ ਪ੍ਰਾਰਥਨਾ ਕੀਤੀ। There's a silent hidden pride here. ਇੱਥੇ ਇੱਕ ਕਮਾਂਡ ਦਾ ਨਿਸ਼ਾਨ ਹੈ ਕਿ ਛੁਪਿਆ ਹੋਇਆ। Because he has confidence in his own reasoning. ਉਹ ਕਹਿੰਦਾ ਕਿ ਮੇਰੇ ਵਿੱਚ ਇੰਨੀ ਕਾਬਲੀਅਤ ਹੈ, ਮੈਨੂੰ ਆਪਣੇ ਆਪ ਤੇ ਭਰੋਸਾ ਹੈਗਾ ਕਿ ਮੈਂ ਜੋ ਕਹਿਣਾ। He starts with thanking God. ਪਹਿਲਾਂ ਕਹਿੰਦਾ ਰੱਬਾ ਸ਼ੁਕਰੀਆ। And this tells us that legalists can be very good at thanking God. ਕਾਇਦੇ ਕਾਨੂੰਨ ਵਾਲੇ ਵੀ ਰੱਬ ਦਾ ਸ਼ੁਕਰ ਕਰਨ ਦੇ ਲਈ ਬੜੇ ਮਾਹਿਰ ਹੁੰਦੇ ਆ। But to be truly thankful means that you have received something that you're thankful for. ਪਰ ਸੱਚੀ ਮੁੱਚੀ ਧੰਨਵਾਦ ਦੇਣ ਦਾ ਕੀ ਮਤਲਬ ਹੈਗਾ ਕਿ ਸਾਨੂੰ ਜੋ ਪ੍ਰਭੂ ਨੇ ਦਿੱਤਾ ਹੈਗਾ ਨਾ ਉਹਦਾ ਅਸੀਂ ਧੰਨਵਾਦ ਕਰੀਏ, ਐਵੇਂ ਨਾ ਕਹੀਏ। And so his ego is mainly centered around his own position and his own accomplishment. ਸੋ ਦਾ ਜਿਹੜਾ ਕਮਾਂਡ ਹੈਗਾ ਨਾ ਉਹ ਆਪਣੇ ਆਪ ਉੱਤੇ ਹੈਗਾ, ਮੈਂ ਕੀ ਹੈਗਾ, ਕੀ ਮੈਂ ਹਾਸਲ ਕਰ ਲਿਆ, ਕਿੱਥੇ ਮੈਂ ਪਹੁੰਚ ਗਿਆ ਹੈਗਾ, ਉਹ ਤੇ ਉਹਦਾ ਭਰੋਸਾ ਟਿਕਿਆ ਹੈਗਾ। And the root of this pride is self. ਉਹਦੀ ਜੜ ਕੀ ਹੈਗੀ ਆ, ਉਹਦੀ ਪਾਪ ਦੀ ਖੁਦੀ ਆਪ ਉਹ। And so the deceitfulness of sin can lull us into a false sense of security. ਪਾਪ ਦਾ ਧੋਖਾ ਸਾਨੂੰ ਇਸ ਹੱਦ ਤੱਕ ਸਾਨੂੰ ਲੈਂਦਾ ਹੈਗਾ ਕਿ ਅਸੀਂ ਆਪਣੇ ਆਪ ਵਿੱਚ ਅਸੀਂ ਸੋਚਦੇ ਕਿ ਮੈਂ ਸੁਰੱਖਿਅਤ ਹੈਗਾ। Because pride made him think that his self-righteousness is more unique than others. ਕਮਾਂਡ ਸਾਨੂੰ ਕਹਿੰਦਾ ਹੈਗਾ ਕਿ ਖੁਦੀ ਵਿੱਚ ਰਾਸਬਾਜ਼ ਹੋਣਾ ਸੋਚਣਾ ਉਹ ਤਾਂ ਚੰਗਾ ਹੈਗਾ ਜੋ ਬਾਕੀ ਦੇ ਲੋਕ ਕਰਦੇ ਆ। Because in this parable, he never confesses his sins or asks for forgiveness. ਇੱਥੇ ਇਸ ਪ੍ਰਾਰਥਨਾ ਵਿੱਚ ਨਾ ਤੇ ਫਰੀਸੀ ਨੇ ਆਪਣੇ ਪਾਪਾਂ ਦੀ ਮਾਫੀ ਮੰਗੀ, ਨਾ ਉਹਨੇ ਆਪਣੇ ਪਾਪ ਦਾ ਇਕਰਾਰ ਕੀਤਾ। And so Jesus was aware that this sort of praying was often in the life of the scribes and Pharisees. ਪ੍ਰਭੂ ਨੂੰ ਪਤਾ ਹੈ ਕਿ ਇਹ ਜਿਹੜੇ ਫਰੀਸੀ ਹੈਗੇ ਨਾ ਇਹਨਾਂ ਦੀ ਜ਼ਿੰਦਗੀ ਇਦਾਂ ਦੀ ਹੈਗੀ ਆ, ਇਹ ਇਦਾਂ ਦੀਆਂ ਹੀ ਪ੍ਰਾਰਥਨਾਵਾਂ ਕਰਦੇ ਹੈਗੇ ਆ ਫੋਕੀਆਂ। And then secondly, his standard was based on his own performance. ਫਿਰ ਉਹਦਾ ਜਿਹੜਾ ਉਹਦਾ ਸੀਗਾ ਦਰਜਾ ਸੀਗਾ ਨਾ, ਜਿੱਦਾਂ ਦਾ ਸੀਗਾ ਉਹ ਆਪਣੇ ਦਰਜੇ ਦੇ ਹਿਸਾਬ ਨਾਲ ਚੱਲਦਾ ਸੀਗਾ। The Pharisee stood in verse 11 and prayed thus within himself, God, I thank you, I'm not like other men, extortioners, unjust, adulterers, even as this tax collector. फरीसी 11 फरीसी खड़ा होकर अपने जी में यूं दुआ मांगने लगा कि ऐ खुदा, मैं तेरा शुक्र करता हूँ कि बाकी आदमियों की तरह जालिम, बेइंसाफ, जिनाकार
या इस महसूल लेने वाले की मानद नहीं हूं। And interesting, he compares himself with bad people and not godly men and women. ਆਪਣੇ ਆਪ ਨੂੰ ਉਹਨਾਂ ਲੋਕਾਂ ਨਾਲ ਤੁਲਨਾ ਕਰਦਾ ਜਿਹੜੇ ਮਾੜੇ ਲੋਕ ਹੈਗੇ ਆ, ਉਹਨਾਂ ਨਾਲ ਨਹੀਂ, ਜਿਹੜੇ ਪ੍ਰਭੂ ਦੇ ਲੋਕ ਹੈਗੇ ਉਹਨਾਂ ਦੇ ਨਾਲ ਨਹੀਂ ਤੁਲਨਾ ਕਰਦਾ। And so he shows a twisted sense of honesty. ਸੋ ਉਹਦੇ ਵਿੱਚ ਇੱਕ ਇਮਾਨਦਾਰੀ ਜੀ ਹੈਗੀ ਆ, ਉਹਦੀ ਟੁੱਟੀ ਫੁੱਟੀ ਇਮਾਨਦਾਰੀ ਹੈਗੀ ਆ ਕਿ ਮੈਂ ਕਿੰਨਾ ਇਮਾਨਦਾਰ ਬੰਦਾ। So let us look at his list of negatives. ਦੇਖੀਏ ਕੀ ਕਹਿੰਦਾਗਾ ਉਹ। His first one, I am not an extortioner. ਪਹਿਲੀ ਉਹ ਕਹਿੰਦਾ ਕਿ ਮੈਂ Well, what is an extortioner? Somebody who robs and swindles and scams other people. ਜਿਹੜਾ ਬੇਈਮਾਨੀ ਕਰਦਾ, ਜਿਹੜਾ ਪਾਪ ਕਰਦਾ ਹੈਗਾ, ਧੋਖਾ ਕਰਦਾ ਲੋਕਾਂ ਦੇ ਨਾਲ। So the question we can ask, is he robbing God at this moment in this prayer? ਸਵਾਲ ਹੈਗਾ ਹੈ ਕਿ ਜੇ ਧੋਖੇਬਾਜ਼ੀ ਲੱਗੇ ਨਾ ਕਿ ਕੀ ਇਹ ਆਪਣੀ ਪ੍ਰਾਰਥਨਾਵਾਂ ਦੇ ਦੁਆਰਾ ਰੱਬ ਨੂੰ ਲੁੱਟ ਰਿਹਾ ਹੈਗਾ ਇਸ ਵੇਲੇ? Well, we could say yes. ਹਾਂ ਬਿਲਕੁਲ ਲੁੱਟ ਰਿਹਾ ਹੈਗਾ। How? ਕਿੱਦਾਂ? Well, he's robbing God by not giving God the honor that is due to his name. ਪਹਿਲੀ ਗੱਲ, ਜੋ ਰੱਬ ਨੂੰ ਆਦਰ ਦੇਣਾ ਚਾਹੀਦਾ ਹੈਗਾ ਉਹ ਆਦਰ ਨਹੀਂ ਦੇ ਰਿਹਾ ਹੈਗਾ ਰੱਬ ਨੂੰ। You see, pride keeps people from giving glory to God as he should be given ਕਮਾਂਡ glory. ਹੈਗਾ ਜਿਹੜਾ ਇਨਸਾਨ ਨੂੰ ਰੋਕ ਕੇ ਰੱਖਦਾ ਕਿ ਰੱਬ ਨੂੰ ਜੋ ਦੇਣਾ ਚਾਹੀਦਾ, ਸ਼ੁਕਰਗੁਜ਼ਾਰੀ ਦੇਣੀ ਚਾਹੀਦੀ ਹੈਗੀ ਨਾ, ਉਹ ਨਹੀਂ ਦਿੰਦੇ, ਅਸੀਂ ਰੱਬ ਨੂੰ ਲੁੱਟਦੇ ਹਾਂ। The Bible is full of verses that give glory to God because he alone is worthy. ਬਹੁਤ ਸਾਰੀਆਂ ਆਇਤਾਂ ਕਿ ਬਾਈਬਲ ਜਿਹੜੀਆਂ ਪ੍ਰਭੂ ਨੂੰ, ਪਰਮੇਸ਼ਰ ਰੱਬ ਨੂੰ ਮਹਿਮਾ ਦਿੰਦੀਆਂ ਹੈਗੀਆਂ ਕਿ ਉਹ ਮਹਿਮਾ ਦੇ ਯੋਗ ਹੈਗਾ। And then he says, I am not unjust. ਫਿਰ ਕਹਿੰਦਾ ਕਿ ਮੈਂ ਨਾਰਾਜ਼ ਨਹੀਂ ਹੈਗਾ, ਮੈਂ ਗਲਤ ਨਹੀਂ ਹੈਗਾ। That means I'm not unrighteous or crooked. ਮੈਂ ਬੇਇਨਸਾਫ ਨਹੀਂ ਕਰਦਾ ਹੈਗਾ, ਮੈਂ ਟੇਢਾ ਮੇਢਾ ਨਹੀਂ ਹੈਗਾ। Now, how is he being dishonest here? ਇੱਥੇ ਕਿੱਦਾਂ ਟੇਢਾ ਮੇਢਾ ਹੋ ਰਿਹਾ ਹੈਗਾ, ਬੇਇਨਸਾਫ ਕਿੱਦਾਂ ਹੋ ਰਿਹਾ? Well, he's not humble about the true state of his heart. ਪਹਿਲੀ ਗੱਲ, ਉਹ ਆਪਣੇ ਦਿਲ ਦੇ ਬਾਰੇ ਸੱਚਾ ਨਹੀਂ ਹੈਗਾ, ਜੋ ਦਿਲ ਚੋਂ ਹੈਗਾ ਨਾ ਉਹਦੇ ਬਾਰੇ ਸੱਚਾ ਨਹੀਂ ਹੈਗਾ ਉਹ। And he misses out on a blessing. ਬਰਕਤ ਤੋਂ ਮਹਿਰੂਮ ਰਹਿੰਦਾ। And then he says, I'm not an adulterer. ਫਿਰ ਕਹਿੰਦਾ ਮੈਂ ਜਨਾਕਾਰ ਵੀ ਨਹੀਂ ਹੈਗਾ। Well, he may have been very faithful to his wife. ਹੋ ਸਕਦਾ ਆਪਣੀ ਤੀਵੀਂ ਦੇ ਪ੍ਰਤੀ ਉਹ ਪੱਕਾ ਵਫਾਦਾਰ ਹੋਵੇ, ਹੋ ਸਕਦਾ। May have been a great husband. ਹੋ ਸਕਦਾ ਅੱਛਾ ਪਤੀ ਹੋਵੇ। But you see, it's not physical adultery that's wrong, but it's spiritual adultery that is wrong. ਜ਼ਨਾਕਾਰੀ, ਜਿਸਮ ਦੀ ਜ਼ਨਾਕਾਰੀ ਗਲਤ ਹੈਗੀ, ਉਹ ਗੱਲ ਹੈਗੀ ਜਿਹਨੇ ਕਿ रूहानी जनाकारी गलत हैगी आ जनाकारी। This is the worst kind of adultery in God's eyes. परमेश्वर दी नजर च रूहानी जनाकारी सब तो माड़ी हैगी आ। In the book of Hosea, chapter 1 and verse 2, the Lord says this to Hosea. When the Lord began to speak by Hosea, होशेया दी किताब विच लिखिया गया, फरमान हैगा कि जदों परमेश्वर जदों होशेया दे नाल उन्हें जदों गल करनी शुरू कीती होशेया नबी दे नाल, go take yourself a wife of harlotry जाके अपने लिए एक जनाह वाली तीवी ले and children of harlotry. और जनाह वाले बच्चे ले। For the land has committed great harlotry मुल्क ने बड़ी जनाकारी कीती हैगी आ by departing from the Lord. परमेश्वर तो दूर होके। And then lastly, he looks at this tax collector beating his breast. फिर प्रभु देखता हैगा उस चुंगी लैन वाला जरा कि अपनी छाती पटता हैगा। And he includes him in his prayer. उन्हें भी कहते फरीसी उन्हें भी अपनी प्रार्थना च कर लेंदा। You see, he's already guilty of judging somebody whom his heart, he doesn't know the heart. दोषी हो गया, दोषी है कि उन्हें उस इंसान दा इंसाफ करने की कोशिश की आ जेड़ा कि ओदे बारे उन्हें पता कुछ नहीं हैगा। You see, by putting himself down, putting the other man down, दूसरे बंदे नु थल्ले सट के he is guilty of cursing somebody who is made in the image of God. ओ अपने दिल दे विच उन्हें उस इंसान नु श्राप देता जेड़ा इंसान परमेश्वर दी स्वरूप विच बनाया गया हैगा। So legalists can be some of the most least loving people. कानूनबाज लोग जेड़े हुंदे ना वो सब तो घट प्यार करने वाले लोग हुंदे आ। In a works-based religion. जैसे काम दे माहौल च गल करिए। And you can get aspects of legalism even in Christian churches. क्रिश्चियन चर्चां दे विच भी कानूनबाजी चलदी कई जगह। Because they add or take away from what Christ has already accomplished. जो प्रभु यीशु मसीह कर चुके हैं क्या उधर जो कुछ कर देंगे या कुछ पाने की कोशिश करते हैं क्या ये भी कानूनबाजी है। And so there sometimes can be people who are legalists, constant worry about losing their salvation. जेरे कानूनबाज लोग हैं ना उन्हें डर रहता कि मेरी मुक्ति ना कहते चल जाए, मैं कहते मुक्ति ना खो बैठा है, ये डर रहता 24 घंटे उन्होंने। These are the symptoms. ये है कि या गल्ला। Feeling God is never pleased with me. ये कहना कि रब कहते मैं तो खुश नहीं होता। And obedience feels like slavery, not joy. आज्ञाकारी उन्होंने एक बोझ लगती है कि ना कि खुशी। And it's so easy to have leaders who micromanage.
ਔਰ ਜਿਹੜੇ ਅਗਵੇ ਹੈਗੇ ਆ ਉਹ ਵੀ ਦੂਸਰਿਆਂ ਨੂੰ ਚਲਾਉਂਦੇ ਹੈਗੇ, ਆਪ ਕਰਦੇ ਕੁਝ ਨਹੀਂ। And there's a pressure to perform. ਫਿਰ ਬੋਝ ਹੁੰਦਾ ਕਿ ਮੈਂ ਕੋ ਕਰਾਂ। And there can be criticism of those who don't measure up. ਔਰ ਜਿਹੜੇ ਨਹੀਂ ਉਸ ਦਰਜੇ ਤੱਕ ਪਹੁੰਚਦੇ ਹੈਗੇ ਉਹਨਾਂ ਬਾਰੇ ਅਸੀਂ ਗੱਲਾਂ ਕਰਦੇ ਹਾਂ। And this brings an unnecessary fear and guilt that one is not doing enough. ਫਿਰ ਡਰ ਆਉਂਦਾ ਹੈਗਾ ਕਿ ਮੈਂ ਜਿੰਨਾ ਮੈਨੂੰ ਕਰਨਾ ਚਾਹੀਦਾ ਮੈਂ ਕਰਦਾ ਨਹੀਂ ਹੈਗਾ। There can be pressure to rules and regulations and certain diets. ਕਾਇਦੇ ਕਾਨੂੰਨਾਂ ਦੇ ਲਈ ਫਿਰ ਬੋਝ ਪੈਂਦੇ ਹੈਗੇ ਆ, ਇਹ ਕਰਨਾ ਉਹ ਕਰਨਾ। And this pressure can mean serving God out of fear instead of love. ਫਿਰ ਕਈ ਲੋਕ ਆਉਂਦੇ ਆ ਨਾ ਇਸ ਡਰ ਵਿੱਚ ਆ ਕੇ ਇੱਕ ਬੋਝ ਦੇ ਵਿੱਚ ਹੋ ਕੇ ਸੇਵਾ ਕਰਦੇ ਹੈਗੇ, ਰੱਬ ਦੀ ਬਜਾਏ ਖੁਸ਼ੀ ਦੇ ਨਾਲ ਕਰਨ। Do you remember the serpent when he decided to have a go at Eve? ਸੱਪ ਨੇ ਪਤਾ ਜਦੋਂ ਹਵਾ ਦੇ ਦੁਆਲੇ ਉਹਦੇ ਦੁਆਲੇ ਜਦੋਂ ਹੋਇਆ, He tried to get her to think outside the box. ਸੱਪ ਨੇ ਕੋਸ਼ਿਸ਼ ਕੀਤੀ ਕਿ ਹਵਾ ਹੈ ਨਾ ਬਾਹਰ ਹੋ ਕੇ ਸੋਚੇ, ਅਲੱਗ ਹੋ ਕੇ ਸੋਚੇ। Outside the relationship and fellowship she already had with God, with her ਜਿਹੜਾ husband. ਹਵਾ ਦਾ ਜਿਹੜਾ ਰਿਸ਼ਤਾ ਸਗਾ ਰੱਬ ਦੇ ਨਾਲ ਆਪਣੇ ਆਦਮੀ ਦੇ ਨਾਲ, ਉਹ ਤੋਂ ਬਾਹਰ ਹੋ ਕੇ ਸੱਪ ਨੇ ਉਹਨੂੰ ਕਿਹਾ ਕਿ ਬਾਹਰ ਹੋ ਕੇ ਸੋਚ, ਯਾਨੀ ਕਿ ਉਹਨਾਂ ਨੂੰ ਛੱਡ ਤੇ ਆਪਣੀ ਸੋਚ ਕਰ। And that fellowship before they fell in Eden was sweet and satisfying. ਜਿਹੜੀ ਸੰਗਤੀ ਉਹਨਾਂ ਦੇ ਕੋਲ ਸੀਗੀ ਬਾਗੇ ਆਦਨ ਦੇ ਵਿੱਚ, ਸੋਹਣੀ ਸੀਗੀ, ਸੁੰਦਰ ਸੀਗੀ, ਅੱਛੀ ਸੀਗੀ, ਪਾਕ ਸਾਫ਼ ਸੀਗੀ, And growing as well. ਵੱਧ ਵੀ ਰਹੀ ਸੀਗੀ। But the devil had to twist things. ਸ਼ੈਤਾਨ ਨੇ ਆ ਕੇ ਕੋਈ ਨਾ ਕੋਈ ਉਹਨੇ ਮਰੋੜਨਾ ਸੀਗਾ। And the devil said to her, you shall not die ਸ਼ੈਤਾਨ ਨੇ ਕੀ ਕਿਹਾ? ਤੂੰ ਮਰੂੰਗੀ ਨਹੀਂ if you go outside the box. ਜੇ ਤੂੰ ਨਾ ਬਾਹਰ ਹਟ ਕੇ ਸੋਚੀ, ਜੇ ਤੂੰ ਹਟ ਕੇ ਸੋਚੂਗੀ ਨਾ ਤੂੰ ਮਰੂੰਗੀ ਨਹੀਂ, ਜਿੱਦਾਂ ਕਹਿੰਦੇ ਹੈਗੇ ਕੁਛ ਨਹੀਂ ਹੋਣਾ ਤੈਨੂੰ। In other words, he's saying, I'm so sorry you are in this box with God. ਯਾਨੀ ਕਹਿੰਦਾ ਕਿ ਉਹ ਸਭ ਕੀ ਕਹਿੰਦਾ ਸੀਗਾ ਕਿ ਮੈਂ ਬੜਾ ਦੁੱਖ ਮੰਨਦਾ ਕਿ ਤੈਨੂੰ ਨਾ ਰੱਬ ਨੇ ਇਸ ਡੱਬੇ ਵਿੱਚ ਬੰਨ੍ਹ ਕੇ ਰੱਖਿਆ ਗਿਆ, ਤੈਨੂੰ ਸੋਚਾਂ ਵਿੱਚ ਤੈਨੂੰ ਬੰਨ੍ਹ ਕੇ ਰੱਖਿਆ ਗਿਆ, ਤੂੰ ਨਿਕਲ ਨਹੀਂ ਸਕਦੀ ਹੈਗੀ। And so this is the place we need to guard, is our fellowship with God and all that he's done for us. ਰੱਬ ਦੇ ਨਾਲ ਸਾਡੀ ਜਿਹੜੀ ਸੰਗਤੀ ਹੈਗੀ ਆ ਉਹਨੂੰ ਬੜੀ ਘੁੱਟ ਕੇ ਸਾਂਭ ਕੇ ਰੱਖੋ ਸੰਗਤੀ ਨੂੰ, ਉਹ ਸੰਗਤੀ ਵਿੱਚ ਕਿਸੇ ਸ਼ੈਤਾਨ ਨਾ ਵੜੇ। See, legalism drives obedience to fear and anxiety and guilt. ਕਾਨੂੰਨੀ ਬਾਜ਼ ਕੀ ਹੈਗੀ ਆ, ਅਸੀਂ ਕਰਦੇ ਹੈਗੇ ਆ ਪਰ ਅਸੀਂ ਡਰ ਕੇ ਕਰਦੇ ਹੈਗੇ ਆ, ਕੰਬਦੇ ਹੋਏ ਕਰਦੇ ਹੈਗੇ ਆ, ਸੋਚਦੇ ਕਰਦੇ ਜੇ ਮੈਂ ਨਾ ਕੀਤਾ ਪਤਾ ਨਹੀਂ ਕੀ ਹੋਣਾ ਹੈਗਾ, ਕੀ ਹੋਣਾ ਹੈਗਾ। Or fear or torment. ਡਰ ਹੈਗਾ ਸਾਨੂੰ ਅੰਦਰੋਂ, ਅਜ਼ਾਬ ਹੈਗਾ। And John says there is no fear in love. ਯੋਹਨਾ ਕਹਿੰਦੇ ਕਿ ਪਿਆਰ ਦੇ ਵਿੱਚ ਤਾਂ ਕੋਈ ਡਰ ਹੋਣਾ ਨਹੀਂ ਚਾਹੀਦਾ। Perfect love casts out fear. ਸੰਪੂਰਨ ਪਿਆਰ ਜਿਹੜਾ ਹੈਗਾ ਉਹ ਡਰ ਨੂੰ ਦੂਰ ਕੱਢ ਦਿੰਦਾ। And when life feels heavy and exhaustive and burdensome, ਜ਼ਿੰਦਗੀ ਜਦੋਂ ਬੋਝ ਲੱਗੇ, ਜ਼ਿੰਦਗੀ ਜਦੋਂ ਸਾਨੂੰ ਬੇਮਾਇਨੀ ਲੱਗੇ, ਜ਼ਿੰਦਗੀ ਜਦੋਂ ਸਾਨੂੰ ਲੱਗੇ ਕਿ ਮੈਂ ਭਾਰ ਚੁੱਕੀ ਫਿਰਦਾ ਹੈਗਾ, then the Lord says, come to me all who labor and are heavy ਫਿਰ laden. ਪ੍ਰਭੂ ਕਹਿੰਦੇ ਆ ਕਿ ਤੁਸੀਂ ਸਾਰੇ ਜਿਹੜੇ ਬੋਝ ਥਲੇ ਦੱਬੇ ਹੋਏ ਥੱਕੇ ਹੋਏ ਹੈਗੇ ਨਾ, ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਊਂਗਾ, And I will give you rest. ਮੈਂ ਤੁਹਾਨੂੰ ਆਰਾਮ ਦਊਂਗਾ। ਪ੍ਰਭੂ ਕਹਿੰਦੇ Take my yoke upon you and learn from me, ਮੇਰਾ ਜੂਲਾ ਆਪਣੇ ਤੇ ਲਓ, ਮੇਰੇ ਤੋਂ ਸਿੱਖੋ, for I am meek and gentle and lowly in heart, ਮੈਂ ਨੀਮਾ ਹੈਗਾ, ਦਿਲ ਦਾ ਹਲੀਮ ਹੈਗਾ ਮੈਂ। and you will find rest for your soul. ਪ੍ਰਭੂ ਕਹਿੰਦੇ ਕਿ ਤੁਹਾਡੀ ਰੂਹਾਂ ਨੂੰ ਨਾ ਮੇਰੇ ਵਿੱਚ ਆ ਕੇ ਆਰਾਮ ਮਿਲੂਗਾ। ਪ੍ਰਭੂ ਕਹਿੰਦੇ ਆ Some of the most beautiful words ਕਿੰਨੇ ਸੋਹਣੇ ਲਫ਼ਜ਼ ਹੈਗੇ ਆ came from the Saviour's mouth. ਪ੍ਰਭੂ ਮੁਕਤੀ ਦਾਤਾ ਦੇ ਮੂੰਹ ਦੇ ਵਿੱਚੋਂ ਕਿੰਨੇ ਸੋਹਣੇ ਅਲਫਾਜ਼ ਨਿਕਲੇ ਆ। So why should we be hard upon ourselves? ਜੇ ਪ੍ਰਭੂ ਨੇ ਇੰਨੇ ਮਿੱਠੇ ਲਫ਼ਜ਼ ਬੋਲੇ ਹੈਗੇ ਤਾਂ ਅਸੀਂ ਫਿਰ ਆਪਣੇ ਆਪ ਤੇ ਕਿਉਂ ਇੰਨੀ ਸਖਤਾਈ ਕਰਦੇ ਆ? My yoke is easy and my burden is light. ਪ੍ਰਭੂ ਕਹਿ ਚੁੱਕੇ ਆ, ਕਹਿੰਦੇ ਕਿ ਮੇਰਾ ਜੂਲਾ ਹਲਕਾ ਹੈਗਾ, ਮੇਰਾ ਬੋਝ ਹਲਕਾ ਹੈਗਾ। You see, Paul says you did not receive a spirit of bondage again to fear. ਪੌਲਸ ਕਹਿੰਦਾ ਕਿ ਤੁਹਾਨੂੰ ਇੱਕ ਬੰਦਿਸ਼ ਵਾਲਾ ਆਤਮਾ ਨਹੀਂ ਤੁਹਾਨੂੰ ਮਿਲਿਆ ਹੈਗਾ। Stand fast in the liberty which Christ has made you free. ਤਕੜੇ ਰਹੋ ਉਸ ਆਜ਼ਾਦੀ ਵਿੱਚ, ਜਿਸ ਆਜ਼ਾਦੀ ਵਿੱਚ ਪ੍ਰਭੂ ਨੇ ਤੁਹਾਨੂੰ ਆਜ਼ਾਦ ਕੀਤਾ ਹੈਗਾ, ਤੁਹਾਨੂੰ ਗੁਲਾਮੀ ਤੋਂ ਕੱਢਿਆ ਹੈਗਾ। And we see how humble the Apostle Paul was, ਪੌਲਸ ਰਸੂਲ ਸਾਨੂੰ ਪਤਾ ਕਿੰਨਾ ਹਲੀਮ ਬੰਦਾ ਸੀਗਾ। that he was the chief of sinners. ਉਹ ਪਾਪੀਆਂ ਦਾ ਸਰਦਾਰ ਸੀਗਾ। So we realize that he didn't realize that this tax collector was despised by hypocrites. ਉਹ ਪਤਾ ਨਹੀਂ ਸੀਗਾ ਕਿ ਜਿਹੜਾ ਚੁੰਗੀ ਲੈਣ ਵਾਲਾ ਹੈਗਾ ਨਾ, ਜਿਹੜਾ ਹੈ ਨਾ ਕਪਟੀ, ਉਹਨੂੰ ਵੀ ਨਫ਼ਰਤ ਕਰਦੇ ਸੀਗੇ। But this tax collector was going to be heard by God. ਇਹ ਜਿਹੜਾ ਚੁੰਗੀ ਲੈਣ ਵਾਲਾ ਸੀਗਾ, ਇਹਦੀ ਰੱਬ ਨੇ ਸੁਣਨੀ ਸੀਗੀ। Because God hides the blessings of salvation from the proud. ਪ੍ਰਭੂ ਕਮੰਡੀਆਂ ਤੋਂ ਆਪਣੀ ਮੁਕਤੀ ਦੀ ਬਰਕਤ ਨੂੰ ਲੁਕੋ ਕੇ ਰੱਖਦਾ। And reveals them to the humble. ਜਿਹੜੇ ਹਲੀਮ ਹੈਗੇ, ਨੀਵੇਂ ਹੈਗੇ, ਉਹਨਾਂ ਦੇ ਅੱਗੇ ਪ੍ਰਭੂ ਆਪਣੀ ਮੁਕਤੀ ਜ਼ਾਹਿਰ ਕਰਦਾ। And that's why the Lord Jesus in Matthew 11 thanked the Father, said, I thank you, Father, that you've hidden these things from the learned and the wise and the proud. ਤਾਂ ਹੀ ਪ੍ਰਭੂ ਨੇ ਮਤੀ 11 ਕਿਹਾ ਕਿ ਹੈ ਪਿਤਾ, ਪ੍ਰਭੂ ਯਿਸੂ ਨੇ ਕਿਹਾ
ਪਿਤਾ ਮੈਂ ਤੇਰਾ ਧੰਨਵਾਦ ਕਰਦਾ ਕਿ ਤੂੰ ਕਮੰਡੀਆਂ ਤੋਂ ਉਹਨਾਂ ਲੋਕਾਂ ਦੇ ਮੁਕਤੀ ਲਗੋ ਕੇ ਰੱਖੀ ਹੈਗੀ ਜਿਹੜੇ ਆਪਣੇ ਨੂੰ ਸੋਚਦੇ ਕਿ ਮੈਂ ਹੈ ਕੁਛ, and reveal them to the humble. ਜਿਹੜੇ ਹਲੀਮ ਹੈਗੇ ਉਹਨਾਂ ਅੱਗੇ ਜ਼ਾਹਿਰ ਕੀਤੀ ਆ. You see, the Pharisees' thanksgiving was distorted by having his own set of rules to please. ਫਰੀਸੀ ਦੀ ਧੰਨਵਾਦੀ ਟੇਢੀ ਮੇਢੀ ਸੀਗੀ ਕਿਉਂਕਿ ਉਹਦੇ ਆਪਣੇ ਕਾਇਦੇ ਕਾਨੂੰਨ ਸੀਗੇ, ਉਹਦੀ ਆਪਣੀ ਸੋਚ ਸੀਗੀ, ਉਹ ਆਪਣੇ ਹਿਸਾਬ ਨਾਲ ਚੱਲਦਾ ਸੀਗਾ. You see, he didn't allow room for change. ਉਹਨੇ ਨਹੀਂ ਜਗ੍ਹਾ ਦਿੱਤੀ ਆਪਣੇ ਆਪ ਨੂੰ ਕਿ ਮੈਂ ਥੋੜ੍ਹਾ ਬਦਲਾਂ ਵੀ, ਥੋੜ੍ਹਾ ਵੀ ਬਦਲਾਂ ਮੈਂ ਆਪਣੇ ਆਪ ਅੰਦਰ. And a lot of people thrive on performance and seeking the praise of people. ਬਹੁਤ ਸਾਰੇ ਲੋਕੀ ਕੀ ਕਰਦੇ ਹੈਗੇ ਆ ਇਸ ਗੱਲ ਦੇ ਉੱਤੇ ਉਹਨਾਂ ਨੂੰ ਅੱਛਾ ਲੱਗਦਾ ਕਿ ਲੋਕੀ ਮੇਰੀ ਤਾਰੀਫ ਕਰਨ, ਲੋਕੀ ਮੈਨੂੰ ਕਹਿਣ ਕਿੰਨਾ ਚੰਗਾ ਹੈਗਾ, ਲੋਕੀ ਮੈਨੂੰ ਕਹਿਣ ਕਿ ਮੈਂ ਕਿੰਨਾ ਕੁ ਕਰਦਾ ਹੈਗਾ. And it's a drug, a hidden drug that people, revel in. ਇਹ ਉਹ ਨਸ਼ਾ ਆ ਜਿਹੜਾ ਨਸ਼ੇ ਵਿੱਚ ਲੋਕੀ ਆਪਣੇ ਆਪ ਨੂੰ ਲਿਜਾਂਦੇ ਹੈਗੇ ਆ, ਜਿਹੜਾ ਕਿ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ ਉਹਦਾ. And then let's look at the last way, the right way to pray. ਹੁਣ ਦੇਖੀਏ ਕਿ ਸਹੀ ਤਰੀਕਾ ਕੀ ਹੈਗਾ ਪ੍ਰਾਰਥਨਾ ਕਰਨ ਦਾ. You see, the tax collector stands far away. ਚੁੰਗੀ ਲੈਣ ਵਾਲਾ ਜਿਹੜਾ ਹੈਗਾ, ਮਸੂਲ ਲੈਣ ਵਾਲਾ, ਉਹ ਦੂਰ ਖੜਾ ਰਿਹਾ. He feels he's not worthy to come to God. ਉਹਨੇ ਮਹਿਸੂਸ ਕੀਤਾ ਕਿ ਮੈਂ ਇਸ ਲਾਇਕ ਵੀ ਨਹੀਂ ਹੈਗਾ ਕਿ ਮੈਂ ਰੱਬ ਦੇ ਨਜ਼ਦੀਕ ਆਵਾਂ. There is brokenness. ਟੁੱਟਾਪਨ ਹੈਗਾ ਉਹਦੇ ਅੰਦਰ. And we see here there is beauty in brokenness. ਇੱਕ ਟੁੱਟੇਪਨ ਦੇ ਵਿੱਚ ਵੀ ਇੱਕ ਸੁੰਦਰਤਾ ਹੈਗੀ ਆ. God loves childlike faith. ਪਰਮੇਸ਼ਵਰ ਬੱਚਿਆਂ ਵਰਗੇ ਵਿਸ਼ਵਾਸ ਨੂੰ ਪਸੰਦ ਕਰਦੇ ਆ. You see, he's afraid to raise his eyes to heaven. ਉਹਨੇ ਸਵਰਗ ਵੱਲ ਅੱਖਾਂ ਵੀ ਨਹੀਂ ਚੁੱਕਣ ਦੀ ਜ਼ਰੂਰਤ ਕੀਤੀ. He has a deep sense of his own unworthiness. ਉਹਨੂੰ ਪਤਾ ਹੈਗਾ ਕਿ ਮੈਂ ਇੱਕ ਨਾਕਾਰਾ ਇਨਸਾਨ ਹੈਗਾ. He's too ashamed to look up because he knows how sinful he is. ਉਹਨੂੰ ਸ਼ਰਮ ਆਉਂਦੀ ਹੈ ਉੱਪਰ ਅਸਮਾਨ ਵੱਲ ਅੱਖਾਂ ਚੁੱਕ ਕੇ ਰੱਬ ਵੱਲ ਦੇਖਦੇ ਨੂੰ. ਉਹਨੂੰ ਪਤਾ ਕਿ ਮੈਂ ਕਿੰਨਾ ਮਾੜਾ, ਕਿੰਨਾ ਘਿਨਾਉਣਾ ਮੈਂ ਇਨਸਾਨ ਹੈਗਾ. He beat his breast. ਉਹ ਆਪਣੀ ਛਾਤੀ ਪਿੱਟਦਾ. And that tells us of a deep sorrow over his sins. ਛਾਤੀ ਪਿੱਟਣ ਦਾ ਮਤਲਬ ਕੀ ਹੈਗਾ? ਉਹਨੂੰ ਗਹਿਰਾ ਅਫਸੋਸ ਹੈਗਾ ਆਪਣੇ ਪਾਪ ਉੱਤੇ, ਉਹਨੂੰ ਸ਼ਰਮ ਹੈਗੀ ਆਪਣੇ ਪਾਪ ਉੱਤੇ. And another place, two places where this is used. Here, in this parable, beating one's breast. ਦੋ ਜਗ੍ਹਾ ਲਿਖਿਆ ਹੈਗਾ ਕਿ ਇੱਥੇ ਐਸੇ ਤਮਸੀਲ ਦੇ ਜਿੱਥੇ ਕਿ ਕਹਿੰਦੇ ਕਿ ਉਹਨੇ ਆਪਣੀ ਛਾਤੀ ਪਿੱਟੀ. And also after the crowds witnessed the sufferings of Christ. ਮਸੀਹ ਦੇ ਦੁੱਖਾਂ ਤੋਂ ਬਾਅਦ ਜਿਹੜੀ ਭੀੜ ਹੈਗੀ ਉਹਨਾਂ ਨੇ ਵੀ ਆਪਣੀ ਛਾਤੀ ਪਿੱਟੀ. Because when they saw what took place, they returned home beating their breasts. ਉਹਨਾਂ ਨੇ ਦੇਖਿਆ ਜਦੋਂ ਕਿ ਕੀ ਪਾਣਾ ਬੀਤਿਆ ਹੈਗਾ ਪ੍ਰਭੂ ਯੀਸ਼ੂ ਮਸੀਹ ਦੇ ਉੱਤੇ, ਉਹ ਆਪਣੇ ਘਰਾਂ ਨੂੰ ਜਾਂਦੇ ਚਲੇ ਗਏ ਛਾਤੀ ਪਿੱਟਦੇ ਹੋਏ. Because you see, this crowd realized the heaviness of what took place. ਇਹ ਭੀੜ ਨੂੰ ਅਹਿਸਾਸ ਹੋਇਆ ਕਿ ਕਿੰਨਾ ਵੱਡਾ ਹਾਦਸਾ ਹੋਇਆ ਹੈਗਾ. But this is the beating of the breast that God delights in. ਜਿਹੜੀ ਛਾਤੀ ਪਿੱਟਣਾ ਹੈਗਾ ਹੱਥ ਦੇ ਨਾਲ, ਇਸ ਚੀਜ਼ ਨੂੰ ਪਰਮੇਸ਼ਰ ਪਸੰਦ ਕਰਦੇ ਆ. You see, this tax collector's prayer touched the heart of God. ਇਹ ਮਹਿਸੂਲ ਲੈਣ ਵਾਲਾ, ਚੁੰਗੀ ਲੈਣ ਵਾਲਾ, ਇਹਦੀ ਜਿਹੜੀ ਪ੍ਰਾਰਥਨਾ ਸੀਗੀ ਨਾ, ਉਹ ਰੱਬ ਦੇ ਦਿਲ ਨੂੰ ਛੂ ਗਈ. Because there was humility and contrition and tenderness. ਉਹਦੇ ਵਿੱਚ ਨਮਰਤਾ ਸੀਗੀ, ਉਹਦੇ ਵਿੱਚ ਇੱਕ ਹਲੀਮੀ ਸੀਗੀ, ਉਹਦੇ ਵਿੱਚ ਇੱਕ ਅਫਸੋਸ ਸੀਗਾ. He doesn't curse anybody around him. ਉਹ ਆਲੇ ਦੁਆਲੇ ਖੜੇ ਕਿਸੇ ਨੂੰ ਵੀ ਸ਼ਰਾਬ ਨਹੀਂ ਦਿੰਦਾ ਉਹ. Because he knows that he alone has to stand before God. ਉਹਨੂੰ ਪਤਾ ਕਿ ਮੈਂ ਹੀ ਇਕੱਲੇ ਨੇ ਰੱਬ ਦੇ ਮੋਹਰੇ ਖੜਾ ਹੋਣਾ ਹੈਗਾ. And this humility needs to continue if we are to be strong as ਅਸੀਂ a ਜੇ church. ਮੰਡਲੀ ਹੋ ਕੇ ਅਸੀਂ ਜੇ ਤਕੜੇ ਖੜੇ ਹੋਣਾ ਹੈਗਾ ਨਾ, ਇਹ ਹਲੀਮੀ ਸਾਡੇ ਅੰਦਰ ਹੋਣੀ ਚਾਹੀਦੀ ਇਕੱਲੇ ਇਕੱਲੇ ਦੇ ਵਿੱਚ. You see, this tax collector was declared justified by God. ਇਹ ਜਿਹੜਾ ਚੁੰਗੀ ਲੈਣ ਵਾਲਾ, ਇਹਨੂੰ ਪ੍ਰਭੂ ਨੇ ਰਾਸਤਬਾਜ਼ ਠਹਿਰਾਇਆ. He became righteous in the eyes of God. ਪ੍ਰਭੂ ਦੀ ਨਜ਼ਰ ਦੇ ਵਿੱਚ ਉਹ ਰਾਸਤਬਾਜ਼ ਠਹਿਰਾਇਆ ਗਿਆ. He was the worst despised, ਲੋਕੀ ਉਹਨੂੰ ਜ਼ਿਆਦਾ ਨਫ਼ਰਤ ਕਰਦੇ ਸੀ ਚੁੰਗੀ ਲੈਣ ਵਾਲੇ ਨੂੰ, and yet he had the best theology. ਪਰ ਉਹਨੂੰ ਉਹਦੀ ਸੋਚ ਸਭ ਤੋਂ ਆਲਾ ਸੀਗੀ, ਸਭ ਤੋਂ ਵਧੀਆ ਸੀਗੀ. Paul writes in 1 Corinthians, "For God has chosen the foolish things of this world to put to shame the things that are wise." ਪਹਿਲੇ ਕੋਰਿੰਥੀਆਂ ਵਿੱਚ ਪੌਲਸ ਲਿਖਦਾ ਕਿ ਪ੍ਰਭੂ ਨੇ ਦੁਨੀਆ ਦੇ ਮੂਰਖਾਂ ਨੂੰ ਚੁਣਿਆ ਹੈਗਾ ਬੁੱਧੀਮਾਨਾਂ ਨੂੰ ਸ਼ਰਮਿੰਦਾ ਕਰਨ ਦੇ ਲਈ, ਕਮਜ਼ੋਰਾਂ ਨੂੰ ਚੁਣਿਆ ਹੈਗਾ ਤਕੜਿਆਂ ਨੂੰ ਲੱਜਾਵਾਨ ਕਰਨ ਦੇ ਲਈ. So this Pharisee was blinded by his own selfishness. ਇਹ ਫਰੀਸੀ ਆਪਣੀ ਹੀ ਸੋਚ ਦੇ ਨਾਲ ਅੰਨਾ ਹੋ ਗਿਆ ਸੀਗਾ. It's all about him in this prayer. ਉਹਦੀ ਪ੍ਰਾਰਥਨਾ ਸਾਰੀ ਦੀ ਸਾਰੀ ਉਹਦੇ ਬਾਰੇ ਆ. Have you noticed the word I is used 5 times? 5 ਵਾਰ ਉਹਨੇ ਕਿਹਾ ਕਿ ਮੈਂ. It's all about him. ਮੈਂ, ਮੇਰੇ ਬਾਰੇ ਸਾਰਾ ਕੁਝ. And then secondly, his standard of judging was based on his own performance. ਫਿਰ ਜਦੋਂ ਲੋਕਾਂ ਨੂੰ ਉਹ ਤੋਲਦਾ ਸੀਗਾ ਨਾ, ਆਪਣੇ ਸੋਚ ਦੇ ਅਨੁਸਾਰ ਲੋਕਾਂ ਨੂੰ ਤੋਲਦਾ ਸੀਗਾ. He was more concerned about quantity rather than quality.
ਉਹਨੂੰ ਆਪਣੀ ਸੋਚ ਜ਼ਿਆਦਾ ਸੀਗੀ ਬਜਾਏ ਇਸ ਦੇ ਕਿਵੇਂ ਜੋ ਕਰਦਾ ਹੈਗਾ ਉਹਦੇ ਬਾਰੇ। And then we've seen the right way to pray. ਫਿਰ ਉਹ ਵੀ ਦੇਖਿਆ ਤਰੀਕਾ ਜਿਹੜਾ ਸਹੀ ਤਰੀਕਾ ਪ੍ਰਾਰਥਨਾ ਕਰਨ ਦਾ। So legalism is obeying God with a view on your own terms and conditions. ਕਾਇਦੇ ਕਾਨੂੰਨਬਾਜ਼ੀ ਜਿਹੜੀ ਹੈਗੀ ਆ ਉਹ ਹੈਗਾ ਸਾਡੇ ਲਈ ਕਿ ਅਸੀਂ ਰੱਬ ਨੂੰ ਦੇ ਦਿਆ ਗਿਆ ਆਪਣੀ ਸੋਚ ਦੇ ਨਾਲ, ਆਪਣੇ ਕਾਇਦੇ ਕਾਨੂੰਨਾਂ ਦੇ ਨਾਲ, ਆਪਣੀ ਅਕਲ ਦੇ ਨਾਲ। There's a quote I have from John MacArthur. He says this. ਜੌਨ ਮਕਾਰਥੀ ਨੇ ਕਿਹਾ, It says, legalists aren't content to follow scripture. ਜਿਹੜੇ ਕਾਨੂੰਨਬਾਜ਼ ਹੈਗੇ ਨਾ ਉਹਨਾਂ ਦੇ ਲਈ ਵਚਨ ਕਾਫੀ ਨਹੀਂ ਹੈਗਾ। They add to it. ਉਹਦੇ ਵਿੱਚ ਹੋਰ ਮਿਲਾਉਂਦੇ ਆ। They build a fence around the law. ਸ਼ਰ੍ਹਾ ਦੇ ਆਲੇ ਦੁਆਲੇ ਇੱਕ ਬਾੜ ਬਣਾ ਲੈਂਦੇ ਆ। And then another fence around that. ਫਿਰ ਇੱਕ ਹੋਰ ਬਾੜ ਬਣਾਉਂਦੇ ਆ। And then they worship the fence. ਫਿਰ ਜਿਹੜੀ ਬਾੜ ਹੈਗੀ ਨਾ ਉਹਦੀ ਪੂਜਾ ਕਰਦੇ ਆ, ਵਚਨ ਦੀ ਪੂਜਾ ਨਹੀਂ ਕਰਦੇ। Close quote. ਏਦਾਂ ਚੱਲਦਾ। And then we could look at a further definition of legalism. ਫਿਰ ਕਾਨੂੰਨਬਾਜ਼ੀ ਦੀ ਇੱਕ ਹੋਰ ਇੱਕ ਪਹਿਚਾਣ ਹੈਗੀ ਆ। See, legalism is making the law of God an end in itself and losing the real purpose for which it was given. ਕਾਨੂੰਨਬਾਜ਼ੀ ਹੈਗੀ ਹੈ ਕਿ ਅਸੀਂ ਪ੍ਰਭੂ ਦੇ ਵਚਨ ਨੂੰ ਲੈ ਕੇ ਸ਼ਰਨ ਲੈ ਕੇ ਨਾ ਅਸੀਂ ਉੱਥੇ ਤੱਕ ਰੱਖਦੇ ਹੈਗੇ ਆ ਤਾਂ ਕਿ ਉਹ ਆਪਣੇ ਆਪ ਵਿੱਚ ਹੀ ਰਵੇ ਔਰ ਅਸੀਂ ਫਿਰ ਉਹਦੇ ਵਿੱਚ ਹੋਰ ਅਸੀਂ ਵਿੱਚ ਪਾਈਏ। If only the Pharisee could have seen why the law was given. ਜੇ ਫਰੀਸੀਆਂ ਨੂੰ ਨਾ ਪਤਾ ਹੁੰਦਾ ਨਾ ਕਿ ਪ੍ਰਭੂ ਦੇ ਕਾਨੂੰਨ, ਪ੍ਰਭੂ ਦੀ ਸ਼ਰ੍ਹਾ ਕਿਉਂ ਦਿੱਤੀ ਗਈ ਹੈਗੀ ਆ, He couldn't see the whole picture. ਉਹ ਫਰੀਸੀ ਸਾਰੀ ਤਸਵੀਰ ਨਹੀਂ ਦੇਖ ਸਕਿਆ। But why was the law given? ਸ਼ਰ੍ਹਾ ਕਿਉਂ ਦਿੱਤੀ ਗਈ ਸੀ? Well, Matthew records this. ਮਤੀ ਕਹਿੰਦਾ, If you want the references, come and see me afterwards. ਜੇ ਦੇਖਣਾ ਚਾਹੁੰਦੇ ਕਿੱਥੇ ਲਿਖਿਆ ਤਾਂ ਭਾਈ ਨੂੰ ਬਾਅਦ ਚ ਆ ਕੇ ਮਿਲਿਓ। Then one of them, a lawyer, asked him a question. That's Jesus. ਇੱਕ ਵਕੀਲ ਨੇ ਪ੍ਰਭੂ ਯੀਸ਼ੂ ਮਸੀਹ ਨੂੰ ਸਵਾਲ ਪੁੱਛਿਆ, Testing him, saying, Teacher, which is the greatest commandment of the law? ਪ੍ਰਭੂ ਨੂੰ ਪਰਖਦਾ ਸੀਗਾ, ਉਹਨੂੰ ਪੁੱਛਿਆ ਕਿ ਪ੍ਰਭੂ ਸਭ ਤੋਂ ਵੱਡਾ ਹੁਕਮ ਕਿਹੜਾ ਹੈਗਾ? Jesus said to him, You shall love the Lord your God with all your heart, soul, and your mind. ਉਹਨੇ ਕਿਹਾ ਤੂੰ ਆਪਣੇ ਪਰਮੇਸ਼ਰ ਆਪਣੇ ਪ੍ਰਭੂ ਨੂੰ ਆਪਣੇ ਸਾਰੇ ਦਿਲ, ਜਾਨ, ਦਿਮਾਗ, ਅਕਲ, ਤਾਕਤ ਦੇ ਨਾਲ ਉਹਦੀ ਪੂਜਾ ਕਰ। This is the first and greatest commandment. ਇਹ ਪਹਿਲਾ ਔਰ ਅਖੀਰਲਾ ਹੁਕਮ ਹੈਗਾ। And the second is like it. ਦੂਸਰਾ ਹੁਕਮ ਵੀ ਇਦਾਂ ਦਾ ਹੀ ਆ। You shall love your neighbor as yourself. ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ। On these two commandments hang all the law and the prophets. ਇਹ ਦੋ ਹੁਕਮਾਂ ਉੱਤੇ ਸਾਰੀ ਸ਼ਰ੍ਹਾ ਟਿਕੀ ਹੋਈ ਹੈਗੀ ਆ। You see, anything outside of this is a misapplication of God's word. ਇਹ ਦੋ ਗੱਲਾਂ ਦੇ ਬਾਰੇ ਅਸੀਂ ਜੋ ਇਹਨਾਂ ਦੋ ਗੱਲਾਂ ਤੋਂ ਬਾਹਰ ਜਾਈਏ ਨਾ ਤਾਂ ਫਿਰ ਅਸੀਂ ਕਾਨੂੰਨ ਨੂੰ, ਅਸੀਂ ਸ਼ਰ੍ਹਾ ਨੂੰ ਤੋੜਦੇ ਮਰੋੜਦੇ ਹੈਗੇ ਆਪਣੇ ਅਨੁਸਾਰ। And Paul writes to Timothy, 1 Timothy 1:5, he says, Now the purpose of the commandment is love from a pure heart. ਪੌਲਸ ਤਿਮੋਥੀ ਨੂੰ ਕਹਿੰਦਾ ਹੈਗਾ ਪਹਿਲੇ ਤਿਮੋਥੀ ਵਿੱਚ ਕਿ ਸ਼ਰ੍ਹਾ ਦਾ ਹੁਕਮ ਦਾ ਮਤਲਬ ਹੈਗਾ ਕਿ ਅਸੀਂ ਇੱਕ ਦੂਸਰੇ ਨੂੰ ਪਿਆਰ ਕਰੀਏ। From a good conscience and from sincere faith. ਅੱਛੇ ਅੰਤਕਰਨ ਦੇ ਨਾਲ ਔਰ ਇੱਕ ਸੱਚੇ ਨਿਰਦੋਸ਼ ਵਿਸ਼ਵਾਸ ਦੇ ਨਾਲ। So who does God delight in? ਸੋ ਪ੍ਰਭੂ ਕਿਹਦੇ ਖੁਸ਼ੀ ਮਨਾਉਂਦੇ ਆ? He doesn't delight in spiritual legalists who think they know it all. ਜਿਹੜੇ ਕਾਨੂੰਨਬਾਜ਼ੀ ਰੂਹਾਨੀ ਕਾਨੂੰਨਬਾਜ਼ੀ ਝਾੜਦੇ ਹੈਗੇ ਪ੍ਰਭੂ ਉਹਨਾਂ ਦਾ ਪਸੰਦ ਨਹੀਂ ਹੁੰਦਾ। Because several times the Lord Jesus uses wording to rebuke these Pharisees. ਬਹੁਤ ਵਾਰ ਪ੍ਰਭੂ ਯੀਸ਼ੂ ਮਸੀਹ ਲਫ਼ਜ਼ਾਂ ਦੇ ਨਾਲ ਇਹਨਾਂ ਨੂੰ ਝਿੜਕਦੇ ਹੈਗੇ ਆ। In Luke 15:7 he says, I say to you that likewise there is more joy in heaven over one sinner who repents. ਲੂਕਾ 15 ਪ੍ਰਭੂ ਕਹਿੰਦੇ ਕਿ ਸਵਰਗ ਵਿੱਚ ਇੰਨੀ ਵੱਡੀ ਖੁਸ਼ੀ ਹੁੰਦੀ ਹੈਗੀ ਜਦੋਂ ਇੱਕ ਪਾਪੀ ਜਦੋਂ ਤੌਬਾ ਕਰਦਾ ਨਾ ਸਵਰਗ ਵਿੱਚ ਬੜੀ ਖੁਸ਼ੀ ਹੁੰਦੀ ਆ। Then over 99 righteous persons who need no repentance. ਬਜਾਏ ਇਸ ਦੇ ਕਿ ਜਿਹੜੇ 99 ਲੋਕ ਜਿਹੜੇ ਹੈਗੇ ਆ ਜਿਹੜੇ ਕਹਿੰਦੇ ਕਿ ਸਾਨੂੰ ਮੁਕਤੀ ਦੀ ਲੋੜ ਹੀ ਹੈ ਨਹੀਂ। You see, the Lord Jesus is digging into those who think they know it all. ਪ੍ਰਭੂ ਉਹਨਾਂ ਲੋਕਾਂ ਦੇ ਉੱਤੇ ਹਮਲਾ ਕਰ ਰਹੇ ਜਿਹੜੇ ਲੋਕੀ ਕਹਿੰਦੇ ਕਿ ਸਾਨੂੰ ਸਾਰਾ ਕੁਝ ਪਤਾ ਹੈਗਾ, ਸਾਨੂੰ ਲੋੜ ਨਹੀਂ ਹੈਗੀ। And he also says that those who have need of a physician, those who are well have no need of a physician. ਉਹ ਕਹਿੰਦੇ ਕਿ ਜਿਹੜੇ ਤੰਦਰੁਸਤ ਹੈਗੇ ਉਹਨਾਂ ਨੂੰ ਹਕੀਮ ਦੀ ਲੋੜ ਨਹੀਂ ਹੈਗੀ। I did not come to call the righteous, ਮੈਂ ਰਸਬਾਜ਼ਾਂ ਨੂੰ ਨਹੀਂ ਸੱਦਣ ਆਇਆ, those who think they know it all, ਜਿਹੜੇ ਕਹਿੰਦੇ ਕਿ ਸਾਨੂੰ ਤਾਂ ਸਾਰਾ ਕੁਝ ਪਤਾ ਹੈਗਾ, but sinners to ਉਹ repentance. ਜਿਹੜੇ ਪਾਪੀ ਹੈਗੇ ਉਹਨਾਂ ਨੂੰ ਪ੍ਰਭੂ ਕਹਿੰਦੇ ਸੱਦਣ ਆਇਆ ਤਾਂ ਕਿ ਆ ਕੇ ਜਿਹੜੇ ਤੌਬਾ ਕਰੋ, ਮਾਫੀ ਮੰਗੋ। And this really irritated the Pharisees ਇਹ ਸੁਣ ਕੇ ਫਿਰ ਫਰੀਸੀਆਂ ਨੂੰ ਬੜਾ ਚਿੜ ਹੋਈ ਆ। because they neglected justice, mercy and faith. ਉਹਨਾਂ ਨੇ ਦਇਆ ਨੂੰ, ਕਿਰਪਾ ਨੂੰ ਰੱਦ ਕਰ ਦਿੱਤਾ। And so we've seen that Christ's law is not slavish or fearful. ਪਰਮੇਸ਼ਵਰ ਪ੍ਰਭੂ ਯੀਸ਼ੂ ਮਸੀਹ ਦਾ ਜਿਹੜਾ ਹੁਕਮ ਹੈਗਾ ਉਹ ਡਰ ਵਾਲਾ, ਗੁਲਾਮੀ ਵਾਲਾ ਨਹੀਂ ਹੈਗਾ, ਨਾ ਭੈ ਵਾਲਾ ਹੈਗਾ। Yes, we fear the Lord, ਅਸੀਂ ਰੱਬ ਤੋਂ ਡਰਦੇ ਹਾਂ but he's never hard upon us. ਪਰ ਰੱਬ ਕਹਿੰਦੇ ਸਾਡੇ ਨਾਲ ਸਖਤਾਈ ਨਹੀਂ ਕਰਦਾ।
We fear him because he is holy. ਅਸੀਂ ਉਹ ਤੋਂ ਡਰਦੇ ਇਸ ਕਰਕੇ ਕਿ ਉਹ ਪਵਿੱਤਰ ਕਦੂਸ ਹੈਗਾ। And so I can go on, and time is, we don't have time much on our side. ਸਮਾਂ ਨਿਕਲ ਰਿਹਾ ਹੈਗਾ, ਮੈਂ ਬਹੁਤ ਕੁਝ ਕਹਿ ਸਕਦਾ ਹੈਗਾ ਭਾਈ ਕਹਿੰਦੇ। So Christ came to free us from a conscience that is captive to anything that is legalistic. ਪ੍ਰਭੂ ਸਾਨੂੰ ਉਸ ਚੀਜ਼ ਤੋਂ ਬਚਾਉਣ ਆਏ ਹੈਗੇ ਆ ਜਿਹੜੀ ਬੰਦੀ ਸਾਨੂੰ ਬਣ ਕੇ ਰੱਖਦੀ ਹੈਗੀ ਆ, ਕਾਨੂੰਨਬਾਜ਼ੀ ਵਿੱਚ ਹੋ ਕੇ ਜਿਹੜੀ ਸਾਨੂੰ ਡਰ ਪਾਉਂਦੀ ਹੈਗੀ ਆ, ਉਹ ਤੋਂ ਸਾਨੂੰ ਪ੍ਰਭੂ ਛੁਡਾਉਣ ਆਏ ਆ। He came to heal the brokenhearted, ਟੁੱਟੇ ਹੋਏ ਦਿਲਾਂ ਨੂੰ ਪ੍ਰਭੂ ਜੋੜਨ ਆਏ ਆ। to proclaim liberty to the captives, ਜਿਹੜੇ ਗੁਲਾਮ ਹੈਗੇ ਉਹਨਾਂ ਨੂੰ ਆਜ਼ਾਦੀ ਦੇਣ ਆਏ ਆ, to give sight to the blind, ਅੰਨ੍ਹਿਆਂ ਨੂੰ ਰੋਸ਼ਨੀ ਦੇਣ ਆਏ ਆ, and to set at liberty those who are oppressed. ਔਰ ਜਿਹੜੇ ਬੋਝ ਤੇ ਲੈ ਕੇ ਗੁਲਾਮੀ ਤੇ ਲੈ ਕੇ ਉਹਨਾਂ ਨੂੰ ਆਜ਼ਾਦ ਕਰਨ ਆਏ ਆ। And so we need to be on guard ਅਸੀਂ ਹੁਸ਼ਿਆਰ ਰਹੀਏ by allowing church rules and creeds and covenants and confessions to take the place of the Word of God. ਕਿ ਚਰਚ ਦੇ ਕਾਇਦੇ ਕਾਨੂੰਨ ਜਿਹੜੇ ਹੁਕਮ ਹੈਗੇ ਆ, ਜਿਹੜੀ ਗੱਲਾਂ ਹੈਗੇ ਲੋਕਾਂ ਦੀ ਬਣਾਈ ਗੱਲਾਂ ਹੈਗੀਆਂ, ਉਹ ਨਾ ਕਹਦੇ ਪ੍ਰਭੂ ਦੇ ਵਚਨ ਦੇ ਨਾਲੋਂ ਉੱਚੀਆਂ ਹੋ ਜਾਣ। Stand fast in the liberty which Christ has made us free. ਪ੍ਰਭੂ ਯਿਸੂ ਮਸੀਹ ਨੇ ਜਿਸ ਆਜ਼ਾਦੀ ਦੇ ਨਾਲ ਸਾਨੂੰ ਆਜ਼ਾਦ ਕੀਤਾ ਹੈਗਾ, ਉਸ ਆਜ਼ਾਦੀ ਦੇ ਵਿੱਚ ਅਸੀਂ ਖੜੇ ਹੋ ਕੇ ਅਸੀਂ ਚੱਲੀਏ। Cherish that freedom and fight for it. ਉਸ ਆਜ਼ਾਦੀ ਨੂੰ ਮੰਨੋ, ਉਸ ਆਜ਼ਾਦੀ ਦੇ ਵਿੱਚ ਆਨੰਦ ਉਠਾਓ, ਉਸ ਆਜ਼ਾਦੀ ਦੇ ਲਈ ਲੜੋ ਵੀ। Because this is where the world, the flesh, and the devil will attack. ਇਸੀ ਜਗ੍ਹਾ ਦੇ ਉੱਤੇ ਆ ਕੇ ਦੁਨੀਆ ਨੇ, ਸ਼ੈਤਾਨ ਨੇ ਹਮਲਾ ਕਰਨਾ ਹੈਗਾ ਸਾਡੇ ਵਿਸ਼ਵਾਸ ਉੱਤੇ। And keep you from enjoying what you were made for. ਔਰ ਜਿਸ ਚੀਜ਼ ਲਈ ਪ੍ਰਭੂ ਨੇ ਸਾਨੂੰ ਬਣਾਇਆ ਹੈਗਾ, ਉਸ ਚੀਜ਼ ਤੋਂ ਉਹਨੇ ਸਾਨੂੰ ਦੂਰ ਰੱਖਣਾ ਹੈਗਾ ਕਿ ਅਸੀਂ ਕਿਤੇ ਪ੍ਰਭੂ ਦੇ ਵਿੱਚ ਅਸੀਂ ਆਨੰਦ ਨਾ ਮਾਣੀਏ। And so we need to remember that salvation is freedom ਯਾਦ ਰੱਖੋ ਮੁਕਤੀ ਆਜ਼ਾਦੀ ਆ, and not a cage. ਇੱਕ ਪਿੰਜਰਾ ਨਹੀਂ ਹੈਗਾ। Because God always loves us like He loves the Son. ਪ੍ਰਭੂ ਸਾਨੂੰ ਏਦਾਂ ਪਿਆਰ ਕਰਦੇ ਆ ਜਿੱਦਾਂ ਉਹ ਆਪਣੇ ਪਿਆਰੇ ਪੁੱਤਰ ਨੂੰ ਪਿਆਰ ਕਰਦਾ। And so I close with this verse 14. 14 ਆਇਤ ਨਾਲ ਅਸੀਂ ਖਤਮ ਕਰਦੇ ਹਾਂ। Where everyone who exalts himself will be humbled, ਜਿਹੜਾ ਕੋਈ ਆਪਣੇ ਆਪ ਨੂੰ ਉੱਚਾ ਕਰਦਾ ਉਹ ਨੀਵਾਂ ਕੀਤਾ ਜਾਊਗਾ, but he who humbles himself will be exalted. ਉਹ ਜਿਹੜਾ ਆਪਣੇ ਆਪ ਨੂੰ ਨੀਵਾਂ ਰੱਖਦਾ ਹੈਗਾ ਨਾ, ਉਹਨੂੰ ਪ੍ਰਭੂ ਉੱਚਾ ਕਰਦੇ ਆ। This is what delights the heart of Christ. ਇਹ ਚੀਜ਼ ਹੈਗੀ ਆ ਜਿਸ ਤੋਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਦਿਲ ਨੂੰ ਖੁਸ਼ੀ ਮਿਲਦੀ ਆ। Isn't it sad in the reading we read that he said, "Let the children come to me." ਉਹ ਕੀ ਲਿਖਿਆ ਪ੍ਰਭੂ ਕਹਿੰਦਾ ਕਿ ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ। ਕਿੰਨੀ ਗੱਲ ਹੈ ਕਿ ਪ੍ਰਭੂ ਕਹਿੰਦਾ ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ। And these silly disciples of his forbade them. ਇਹ ਚੇਲੇ ਜਿਹੜੇ ਸੀਗੇ ਉਹਨਾਂ ਨੇ ਰੋਕਿਆ ਸੀਗਾ ਬੱਚਿਆਂ ਨੂੰ ਪ੍ਰਭੂ ਕੋਲ ਆਉਣ ਤੋਂ। So we need to fight for this freedom ਇਸ ਆਜ਼ਾਦੀ ਦੇ ਲਈ ਲੜੋ and let people come to this freedom ਲੋਕੀ ਇਸ ਆਜ਼ਾਦੀ ਦੇ ਕੋਲ ਖੁਸ਼ੀ ਦੇ ਨਾਲ ਆਉਣ in Christ. ਮਸੀਹ ਦੇ ਵਿੱਚ। Amen. ਆਮੀਨ। Thank you for listening to this message. For further information, visit www.emmanuelhansworth.org.uk.